Hello students, this is Gurdeep Singh from Xavier International School Chika. Today we are going to start a new grammar lesson. ਹਾਂਜੀ ਸਟੂਡੈਂਟਸ, ਆਪਾਂ ਪਿਛਲੀ ਵੀਡੀਓ ਵਿੱਚ ਵੀ ਗੱਲ ਕੀਤੀ ਸੀ ਪੰਜਾਬੀ ਵਿਆਕਰਨ ਦੀ। ਵਿਆਕਰਨ ਕਿਸੇ ਵੀ ਭਾਸ਼ਾ ਦਾ ਜੇਕਰ ਅਸੀਂ ਸ਼ੁੱਧ ਰੂਪ ਮਿਆਰੀ ਰੂਪ ਸਮਝਣਾ ਹੈ ਤਾਂ ਸਾਨੂੰ ਉਸ ਭਾਸ਼ਾ ਦੇ ਜੋ ਵਿਆਕਰਨ ਦੇ ਨਿਯਮ ਨੇ ਉਹਨਾਂ ਦਾ ਸਾਨੂੰ ਗਿਆਨ ਹੋਣਾ ਬੜਾ ਜ਼ਰੂਰੀ ਹੈ। ਜੇਕਰ ਸਾਨੂੰ ਉਸ ਭਾਸ਼ਾ ਦੇ ਵਿਆਕਰਨ ਨਿਯਮਾਂ ਦਾ ਗਿਆਨ ਨਹੀਂ ਹੋਊਗਾ ਤਾਂ ਅਸੀਂ ਉਸ ਭਾਸ਼ਾ ਨੂੰ ਸਹੀ ਤਰੀਕੇ ਦੇ ਨਾਲ ਨਾ ਤਾਂ ਸਮਝ ਸਕਦੇ ਹਾਂ, ਨਾ ਹੀ ਬੋਲ ਸਕਦੇ ਹਾਂ ਅਤੇ ਨਾ ਹੀ ਲਿਖ ਸਕਦੇ ਹਾਂ। ਸੋ ਅੱਜ ਅਸੀਂ ਪੰਜਾਬੀ ਭਾਸ਼ਾ ਦੇ ਕੁਝ ਅਜਿਹੇ ਹੀ ਨਿਯਮ ਕਰਨ ਜਾ ਰਹੇ ਹਾਂ। ਦੇਖੋ, ਜੋ ਪੰਜਾਬੀ ਭਾਸ਼ਾ ਹੈ ਇਹ ਮੁੱਖ ਰੂਪ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਭਾਸ਼ਾ ਦੇ 4 ਮੁੱਖ ਅੰਗ ਨੇ। ਉਹ ਕਿਹੜੇ ਨੇ ਜੀ? ਧੁਨੀ ਹੋ ਗਿਆ, ਸ਼ਬਦ ਹੋ ਗਿਆ, ਵਾਕ, ਅਰਥ। ਇਹ 4 ਨਿਯਮ ਨੇ, 4 ਮੁੱਖ ਅੰਗ ਨੇ ਕਿਸੇ ਵੀ ਭਾਸ਼ਾ ਦੇ। ਵੈਸੇ ਦੇਖਿਆ ਜਾਵੇ ਤਾਂ ਆਪਾਂ ਉਰੇ ਗੱਲ ਪੰਜਾਬੀ ਦੀ ਹੀ ਕਰਾਂਗੇ। ਸੋ ਆਪਾਂ ਪਹਿਲਾਂ ਫਸਟ ਕੁਐਸਚਨ ਪੜ੍ਹਦੇ ਹਾਂ। ਪਹਿਲਾ ਕੁਐਸਚਨ ਦੇਖੋ, ਵਿਆਕਰਨ ਦਾ ਅਸੀਂ ਕਰ ਰਹੇ ਹਾਂ। ਕਹਿੰਦੇ ਕਿਸੇ ਵੀ ਬੋਲੀ ਜਾਂ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿਨ੍ਹਾਂ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਨੂੰ ਵਿਆਕਰਨ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਸਮਝਾਇਆ ਹੈ ਕਿ ਚਾਹੇ ਕੋਈ ਵੀ ਭਾਸ਼ਾ ਹੋਵੇ, ਕੋਈ ਵੀ ਬੋਲੀ ਹੋਵੇ, ਜੇਕਰ ਅਸੀਂ ਉਹਦਾ ਸ਼ੁੱਧ ਰੂਪ, ਉਹਦਾ ਮਿਆਰੀ ਰੂਪ ਸਾਨੂੰ ਸਮਝਣਾ ਹੈ, ਲਿਖਣਾ ਜਾਂ ਫਿਰ ਬੋਲਣਾ, ਤਾਂ ਉਹਦੇ ਲਈ ਸਾਨੂੰ ਉਸ ਭਾਸ਼ਾ ਦੇ ਜਿਹੜੇ ਨਿਯਮ ਨੇ ਉਹਨਾਂ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੁੰਦਾ ਹੈ। ਉਸ ਨੂੰ ਹੀ ਵਿਆਕਰਨ ਕਿਹਾ ਜਾਂਦਾ ਹੈ। ਵਿਆਕਰਨ ਦੇ ਮੁੱਖ ਤੌਰ 'ਤੇ 4 ਭਾਗ ਹਨ। ਪਹਿਲਾ ਭਾਗ ਕੀ ਹੈ? ਧੁਨੀ। ਧੁਨੀ ਵਿਦਿਆਰਥੀਓ ਕੀ ਹੁੰਦੀ ਹੈ? ਦੇਖੋ, ਬਾਕੀ ਅਸੀਂ ਗੱਲਾਂ ਨਾਮ ਤੋਂ ਸਮਝ ਜਾਂਦੇ ਹਾਂ। ਜਦੋਂ ਕੋਈ ਵੀ ਇਨਸਾਨ ਬੋਲਦਾ ਹੈ ਤਾਂ ਉਸਦੇ ਮੂੰਹ ਦੇ ਵਿੱਚੋਂ ਜੋ ਆਵਾਜ਼ ਨਿਕਲਦੀ ਹੈ ਉਹ ਧੁਨੀਆਂ ਦੇ ਰੂਪ ਦੇ ਵਿੱਚ ਨਿਕਲਦੀ ਹੈ। ਜਿਹੜੀਆਂ ਸਾਰਥਕ ਧੁਨੀਆਂ ਹੁੰਦੀਆਂ ਨੇ ਇਸ ਨੂੰ ਹੀ ਧੁਨੀ ਬੋਧ ਕਿਹਾ ਜਾਂਦਾ ਹੈ। ਸਾਨੂੰ ਇਹਨਾਂ ਦਾ ਜਦੋਂ ਗਿਆਨ ਹੁੰਦਾ ਹੈ, ਧੁਨੀ ਬੋਧ ਦੇ ਵਿੱਚ ਕਿਸ ਚੀਜ਼ ਦਾ ਅਧਿਐਨ ਕੀਤਾ ਜਾਂਦਾ? ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਫਿਰ ਸ਼ਬਦ, ਫਿਰ ਅਰਥ ਅਤੇ ਫਿਰ ਵਾਕ ਬੋਧ। ਇਹ ਆਪਾਂ ਅੱਗੇ ਸਟੈਪ ਬਾਏ ਸਟੈਪ ਪੜ੍ਹਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਨ ਜਾ ਰਹੇ ਹਾਂ ਧੁਨੀ ਬੋਧ ਦੀ। ਦੇਖੋ, ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕੀ ਹੈ? ਧੁਨੀ। ਪੰਜਾਬੀ ਭਾਸ਼ਾ ਬੋਲਣ ਵੇਲੇ ਮੂੰਹ ਵਿੱਚੋਂ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਹਨ ਉਹ ਪੰਜਾਬੀ ਦੀਆਂ ਧੁਨੀਆਂ ਹਨ। ਠੀਕ ਹੈ ਜੀ। ਪੰਜਾਬੀ ਬੋਲਣ ਦੇ ਵੇਲੇ ਜਦੋਂ ਸਾਡੇ ਮੂੰਹ ਦੇ ਵਿੱਚੋਂ ਜੋ ਸਾਰਥਕ ਆਵਾਜ਼ਾਂ ਜੋ ਨਿਕਲਦੀਆਂ ਹਨ ਉਸ ਨੂੰ ਕੀ ਕਿਹਾ ਜਾਂਦਾ ਜੀ? ਧੁਨੀਆਂ ਕਿਹਾ ਜਾਂਦਾ। ਵਿਦਿਆਰਥੀਓ, ਜਿਵੇਂ ਮੈਂ ਤੁਹਾਨੂੰ ਇੱਕ ਛੋਟੀ ਗੱਲ ਕਹਿਣਾ, ਆਪਾਂ ਇੱਕ ਸ਼ਬਦ ਪੜ੍ਹਦੇ ਹਾਂ। ਸਪੋਜ਼ ਕਰੋ ਰਾਮ। ਰਾਮ ਸ਼ਬਦ ਅਸੀਂ ਪੜ੍ਹਿਆ, ਇਹ ਹੈਗਾ ਇੱਕ ਸ਼ਬਦ। ਜੇਕਰ ਆਪਾਂ ਗੱਲ ਕਰੀਏ ਇਹ ਰਾਮ ਸ਼ਬਦ ਕਿਵੇਂ ਬਣਿਆ, ਕਿਹੜੀਆਂ ਧੁਨੀਆਂ ਦੇ ਮੇਲ ਤੋਂ ਬਣਿਆ, ਤਾਂ ਸਾਨੂੰ ਰਾਮ ਸ਼ਬਦ ਨੂੰ ਨਿਖੇੜ ਕੇ ਲਿਖਣਾ ਹੋਏਗਾ, ਅਲੱਗ-ਅਲੱਗ ਕਰਕੇ ਲਿਖਣਾ ਹੋਏਗਾ। ਕਿਵੇਂ? ਰ, ਆ, ਮ। ਯਾਨੀ ਕਿ ਇਹ ਕਿੰਨੀਆਂ ਧੁਨੀਆਂ ਹੋ ਗਈਆਂ ਜੀ? 3 ਧੁਨੀਆਂ ਹੋ ਗਈਆਂ। ਰ, ਆ, ਮ। ਜਦੋਂ ਅਸੀਂ ਇਹਨਾਂ ਧੁਨੀਆਂ ਨੂੰ 3 ਧੁਨੀਆਂ ਨੂੰ ਬੋਲਿਆ ਫਿਰ ਇੱਕ ਸ਼ਬਦ ਪੈਦਾ ਹੋਇਆ, ਇੱਕ ਸ਼ਬਦ ਬਣਿਆ। ਉਹ ਕਿਹੜਾ ਬਣਿਆ ਜੀ? ਰਾਮ। ਇਸੇ ਤਰ੍ਹਾਂ ਆਪਾਂ ਕੋਈ ਇੱਕ ਸ਼ਬਦ ਹੋਰ ਲੈ ਲੈਂਦੇ ਹਾਂ। ਜਿਸ ਤਰ੍ਹਾਂ ਆਪਾਂ ਗੱਲ ਕਰੀਏ ਭਾਰਤ। ਭਾਰਤ ਸ਼ਬਦ, ਇਹਦੇ ਵਿੱਚ ਕਿਹੜੇ ਧੁਨੀਆਂ ਕੰਮ ਕਰ ਰਹੀਆਂ ਨੇ? ਦੇਖੋ ਜੀ, ਪਹਿਲੀ ਧੁਨੀ ਕਿਹੜੀ ਹੈ? ਇਹ 'ਚ ਭ, ਫਿਰ ਆ, ਰ, ਤ, ਭਾਰਤ। ਯਾਨੀ ਕਿ ਇਹਦੇ ਵਿੱਚ ਕਿੰਨੀਆਂ ਧੁਨੀਆਂ ਕੰਮ ਕਰ ਰਹੇ ਹਨ? 4। ਜਦੋਂ ਆਪਾਂ ਨੇ ਇਹਨਾਂ 4 ਧੁਨੀਆਂ ਨੂੰ ਇਕੱਠਾ ਕੀਤਾ ਤਾਂ ਫਿਰ ਉਹ ਕੀ ਬਣ ਗਿਆ ਜੀ? ਇੱਕ ਸ਼ਬਦ ਬਣ ਗਿਆ। ਮੈਨੂੰ ਲੱਗਦਾ ਤੁਸੀਂ ਗੱਲ ਸਮਝ ਗਏ ਹੋਵੋਗੇ। ਸਭ ਤੋਂ ਪਹਿਲਾਂ ਜਿਹੜਾ ਨਿਯਮ ਹੈ ਉਹ ਹੈ ਧੁਨੀ ਬੋਧ ਦਾ ਨਿਯਮ। ਠੀਕ ਹੈ। ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ ਇਹ, ਸਭ ਤੋਂ ਛੋਟੀ ਇਕਾਈ, ਕਿਉਂਕਿ ਇਹ ਛੋਟੀ ਇਕਾਈ ਤੋਂ ਹੀ ਅੱਗੇ ਫਿਰ ਸ਼ਬਦ ਬਣਦੇ ਹਨ, ਫਿਰ ਅੱਗੇ ਉਹਨਾਂ ਤੋਂ ਵਾਕ ਬਣਦੇ ਹਨ। ਇਸ ਤਰ੍ਹਾਂ ਅਤੇ ਤੁਸੀਂ ਇਹ ਧੁਨੀ ਬੋਧ ਨੂੰ ਸਮਝ ਗਏ ਹੋਵੋਗੇ। ਅੱਗੇ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼ਬਦ ਬੋਧ ਦੀ। ਦੇਖੋ, ਧੁਨੀਆਂ ਜਾਂ ਵਰਨਾਂ ਦੇ ਸੁਮੇਲ ਤੋਂ ਸ਼ਬਦ ਬਣਦਾ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ 2 ਸ਼ਬਦ ਦੱਸੇ ਨੇ, ਰਾਮ ਅਤੇ ਭਾਰਤ। ਇਹ ਅਲੱਗ-ਅਲੱਗ ਧੁਨੀਆਂ ਸੀ। ਇਹਨਾਂ ਧੁਨੀਆਂ ਨੂੰ ਜਦੋਂ ਅਸੀਂ ਇਕੱਠਾ ਕੀਤਾ ਤਾਂ ਉਹ ਇੱਕ ਬਣ ਗਿਆ ਸ਼ਬਦ। ਠੀਕ ਹੈ ਜੀ। ਧੁਨੀਆਂ ਜਾਂ ਵਰਨਾਂ ਦੇ, ਵਰਨ ਬੇਟਾ ਕੀ ਹੁੰਦੇ ਨੇ? ਅੱਖਰ ਹੀ ਹੁੰਦੇ ਨੇ ਵਰਨ ਵੀ। ਧੁਨੀਆਂ ਜਾਂ ਵਰਨਾਂ ਦੇ ਸੁਮੇਲ ਤੋਂ ਸ਼ਬਦ ਬਣਦਾ ਹੈ। ਧੁਨੀਆਂ ਦਾ ਲਿਖਤੀ ਚਿੰਨ੍ਹ ਅੱਖਰ ਹੁੰਦਾ ਹੈ। ਜਿਹੜੀ ਧੁਨੀਆਂ ਸਾਡੇ ਮੂੰਹ ਦੇ ਵਿੱਚੋਂ ਬੋਲਦੇ, ਆਪਾਂ ਮੂੰਹ ਦੇ ਵਿੱਚੋਂ ਆਵਾਜ਼ਾਂ ਕੱਢਦੇ ਹਾਂ
ਧੁਨੀਆਂ ਜੋ ਸਾਡੇ ਮੂੰਹ ਦੇ ਵਿੱਚੋਂ ਪੈਦਾ ਹੁੰਦੀਆਂ ਹਨ, ਜਦੋਂ ਅਸੀਂ ਨੇ ਇਸ ਨੂੰ ਇੱਕ ਕਾਪੀ ਉੱਤੇ ਲਿਖਣਾ ਹੁੰਦਾ ਹੈ ਤਾਂ ਉਸ ਸਮੇਂ ਸਾਨੂੰ ਜ਼ਰੂਰਤ ਪੈਂਦੀ ਹੈ ਅੱਖਰਾਂ ਦੀ। ਅਸੀਂ ਅੱਖਰਾਂ ਦੀ ਮਦਦ ਦੇ ਨਾਲ ਇਹਨੂੰ ਲਿਖਦੇ ਹਾਂ। ਅੱਖਰ ਕਿਹੜੇ ਨੇ? ਜਿਸ ਤਰ੍ਹਾਂ ਆਪਾਂ ਦੇਖੀਏ, ਪੰਜਾਬੀ ਦੇ ਵਿੱਚ ਊੜਾ ਐੜਾ ਹੋ ਗਿਆ, ਹਿੰਦੀ ਵਿੱਚ ਆ ਛੋਟਾ ਆ ਬੜਾ ਹੋ ਗਿਆ, ਇੰਗਲਿਸ਼ ਦੇ ਵਿੱਚ ABCD ਹੋ ਗਿਆ। ਇਹ ਸਾਰੇ ਅੱਖਰ ਨੇ, ਠੀਕ ਹੈ ਜੀ। ਵਰਡ ਦੇਖੋ, ਇਸ ਬੋਧ ਇਹ ਬੋਧ ਜਿਸ ਰਾਹੀਂ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗੇ ਉਸ ਨੂੰ ਸ਼ਬਦ ਬੋਧ ਕਿਹਾ ਜਾਂਦਾ ਹੈ। ਕਿ ਅਸੀਂ ਨੇ ਜੇਕਰ ਰਾਮ ਸ਼ਬਦ ਬਣਾਉਣਾ ਹੈ ਤਾਂ ਉਸ ਸਾਨੂੰ ਪਹਿਲਾਂ ਰਾਰਾ ਲਗਾਉਣਾ ਪਏਗਾ, ਫਿਰ ਉਹਦੇ ਨਾਲ ਇੱਕ ਕੰਨਾ ਲਗਾਉਣਾ ਪਏਗਾ, ਫਿਰ ਮਮਾ ਲਗਾਉਣਾ ਪਏਗਾ। ਇਹ ਸਾਨੂੰ ਗਿਆਨ ਹੁੰਦਾ ਹੈ ਸ਼ਬਦ ਬੋਧ ਦੇ ਵਿੱਚੋਂ, ਠੀਕ ਹੈ ਜੀ, ਕਿ ਕਿਹੜੇ ਅੱਖਰ ਦੀ ਜੋ ਵਰਤੋਂ ਹੈ ਆਪਾਂ ਨੇ ਕਿੱਥੇ ਕਰਨੀ ਹੈ। ਸਮਝ ਲੱਗ ਗਈ ਤੁਹਾਨੂੰ ਗੱਲ ਮੇਰੀ? ਧੁਨੀਆਂ ਜਾਂ ਵਰਨਾਂ ਦੇ ਸੁਮੇਲ ਤੋਂ ਸ਼ਬਦ ਬਣਦਾ ਹੈ। ਧੁਨੀਆਂ ਦਾ ਲਿਖਤੀ ਚਿੰਨ੍ਹ ਅੱਖਰ ਹੁੰਦਾ ਹੈ ਅਤੇ ਇਸ ਬੋਧ ਰਾਹੀਂ ਅੱਖਰਾਂ ਦੀ ਸਹੀ ਵਰਤੋਂ ਦਾ ਪਤਾ ਲੱਗੇ ਉਸ ਨੂੰ ਸ਼ਬਦ ਬੋਧ ਕਿਹਾ ਜਾਂਦਾ ਹੈ। ਅੱਗੇ ਵਿਦਿਆਰਥੀਓ ਆਪਾਂ ਗੱਲ ਕਰਨ ਜਾ ਰਹੇ ਹਾਂ ਤੀਸਰੇ ਭਾਗ ਦੀ, ਉਹ ਹੈਗਾ ਜੀ ਅਰਥ ਬੋਧ। ਅਰਥ ਮੈਂ ਨਾ ਤੁਹਾਨੂੰ ਪਤਾ ਹੀ ਹੈ ਕੀ ਹੈ ਜੀ। ਅਰਥ ਕੀ ਹੈ ਜੀ? ਸ਼ਬਦ ਦਾ ਮੀਨਿੰਗ ਹੋ ਗਿਆ ਉਹਦਾ। ਕਿਉਂਕਿ ਦੇਖੋ, ਜੋ ਕੋਈ ਵੀ ਆਪਾਂ ਸ਼ਬਦ ਬੋਲਦੇ ਹਾਂ ਉਹ ਸ਼ਬਦ ਦੀ ਮਹੱਤਤਾ ਇਸੇ ਲਈ ਹੀ ਹੈ ਕਿਉਂਕਿ ਉਹ ਸ਼ਬਦ ਦਾ ਕੋਈ ਨਾ ਕੋਈ ਮੀਨਿੰਗ, ਅਰਥ ਜ਼ਰੂਰ ਹੁੰਦਾ ਹੈ, ਠੀਕ ਹੈ। ਅਤੇ ਇਸ ਭਾਗ ਦੇ ਵਿੱਚ ਅਸੀਂ ਇਹਨਾਂ ਅਰਥਾਂ ਦਾ ਹੀ ਬੋਧ ਕਰਦੇ ਹਾਂ। ਦੇਖੋ, ਅਰਥ ਬੋਧ ਤੋਂ ਭਾਵ ਅਰਥਾਂ ਦੇ ਪੱਖ ਤੋਂ ਸ਼ਬਦ ਦੀ ਵਿਆਖਿਆ। ਕਿ ਕੋਈ ਵੀ ਜੇਕਰ ਆਪਾਂ ਗੱਲ ਕਰੀਏ, ਮੈਂ ਤੁਹਾਨੂੰ ਦੱਸਿਆ ਕੋਈ ਸ਼ਬਦ ਹੈ ਉਹਦਾ ਕੋਈ ਨਾ ਕੋਈ ਅਰਥ ਹੈਗਾ। ਇਸ ਭਾਗ ਦੇ ਵਿੱਚ ਅਸੀਂ ਉਹਨਾਂ ਅਰਥਾਂ ਨੂੰ ਸਮਝਦੇ ਹਾਂ। ਜਿਸ ਤਰ੍ਹਾਂ ਇਸ ਵਿੱਚ ਬਹੁ ਅਰਥਕ ਸ਼ਬਦ ਆ ਜਾਂਦੇ ਨੇ, ਜਿਨ੍ਹਾਂ ਦੇ ਬਹੁਤ ਸਾਰੇ ਅਰਥ ਨਿਕਲਦੇ ਹੋਣ। ਸ਼ਬਦ ਇੱਕੋ ਹੀ ਹੋਵੇ ਪਰ ਉਹਦੇ ਅਰਥ ਬਹੁਤ ਸਾਰੇ ਹੋਣ, ਠੀਕ ਹੈ ਨਾ। ਜਿਵੇਂ ਆਪਾਂ ਗੱਲ ਕਰਦੇ ਹਾਂ, ਸ਼ਬਦ ਹੈ ਉੱਤਰ। ਉੱਤਰ ਦਾ ਮਤਲਬ ਆਨਸਰ ਵੀ ਹੈ, ਉੱਤਰ ਦਾ ਮਤਲਬ ਦਿਸ਼ਾ ਵੀ ਹੈ, ਠੀਕ ਹੈ ਨਾ। ਇਸੇ ਤਰ੍ਹਾਂ ਸਮਾਨਾਰਥਕ ਸ਼ਬਦ ਭਾਵ ਕਿ ਜਿਨ੍ਹਾਂ ਦਾ ਅਰਥ ਜਿਹੜਾ ਹੈਗਾ ਸਮਾਨ ਹੋਵੇ। ਸਮਾਨ ਅਰਥਕ ਸ਼ਬਦ, ਇੱਕੋ ਅਰਥ ਵਰਗੇ ਸ਼ਬਦ। ਬਹੁ ਅਰਥਕ ਦਾ ਮਤਲਬ ਤਾਂ ਇਹ ਹੋ ਗਿਆ ਸ਼ਬਦ ਇੱਕ ਹੈ ਪਰ ਉਹਦੇ ਅਰਥ ਕਈ ਨੇ। ਸਮਾਨਾਰਥਕ ਸ਼ਬਦ ਦਾ ਮਤਲਬ ਕੀ ਹੈ? ਜਿਨ੍ਹਾਂ ਦੇ ਅਰਥ ਸਮਾਨ ਹੋਣ, ਠੀਕ ਹੈ। ਬਹੁਤੇ ਸ਼ਬਦਾਂ ਦਾ ਇੱਕ ਸ਼ਬਦ। ਇਹਦੇ ਵਿੱਚ ਆਪਾਂ ਗੱਲ ਕਰਦੇ ਵੀ, ਮੰਨ ਲਓ ਦੇਖੋ, ਜਿਸ ਤਰ੍ਹਾਂ ਆਪਾਂ ਗੱਲ ਕਹਿ ਰਹੇ ਹਾਂ ਸੋਨੇ ਦਾ ਕੰਮ ਕਰਨ ਵਾਲਾ, ਗਹਿਣੇ ਬਣਾਉਣ ਵਾਲਾ, ਅਸੀਂ ਉਹਦੇ ਲਈ ਇੱਕ ਸ਼ਬਦ ਵਰਤ ਲਿਆ ਸੁਨਿਆਰਾ, ਠੀਕ ਹੈ। ਇਹਨੂੰ ਬੋਲਦੇ ਹਨ ਬਹੁਤੇ ਸ਼ਬਦਾਂ ਦੀ ਥਾਂ ਦੇ ਉੱਤੇ ਇੱਕ ਸ਼ਬਦ। ਅੱਗੇ ਆ ਗਿਆ ਵਿਰੋਧੀ ਸ਼ਬਦ। ਵਿਰੋਧੀ ਸ਼ਬਦ ਓਪੋਜਿਟ ਹੋ ਗਿਆ, ਜਿਸ ਤਰ੍ਹਾਂ, ਠੀਕ ਹੈ, ਦਿਨ ਰਾਤ ਹੋ ਗਿਆ। ਇਸ ਤਰ੍ਹਾਂ ਇਹ ਜਾਣਕਾਰੀ ਸਾਰੀ ਅਰਥ ਬੋਧ ਦੇ ਵਿੱਚ ਸਾਨੂੰ ਮਿਲਦੀ ਹੈ। ਕਲੀਅਰ ਸਟੂਡੈਂਟਸ? ਅੱਗੇ ਦੇਖੋ ਆ ਗਿਆ ਆਪਣਾ ਵਾਕ ਬੋਧ। ਵਾਕ ਕੀ ਹੈ ਜੀ? ਸੈਂਟੈਂਸ। ਜਿਸ ਤਰ੍ਹਾਂ ਆਪਾਂ ਅੰਗਰੇਜ਼ੀ ਵਿੱਚ ਸੈਂਟੈਂਸ ਕਹਿੰਦੇ ਹਾਂ, ਹਿੰਦੀ ਵਿੱਚ ਸ਼ਾਇਦ ਵਾਕਿਆ ਕਹਿੰਦੇ ਹਾਂ ਆਪਾਂ, ਅਤੇ ਪੰਜਾਬੀ 'ਚ ਆਪਾਂ ਬੋਲਦੇ ਹਾਂ ਵਾਕ। ਵਾਕ ਬੋਧ। ਦੇਖੋ, ਬੋਧ ਦਾ ਮਤਲਬ ਬੇਟਾ ਗਿਆਨ ਹੁੰਦਾ ਹੈ, ਕਿਸੇ ਚੀਜ਼ ਨੂੰ ਸਮਝਣਾ, ਠੀਕ ਹੈ। ਵਿਆਕਰਨ ਦੇ ਇਸ ਭਾਗ ਵਿੱਚ ਵਾਕ ਰਚਨਾ ਦੇ ਨਿਯਮ, ਕਿਉਂਕਿ ਜੋ ਵਾਕ ਹੁੰਦੇ ਨੇ ਇੱਕ ਤਰ੍ਹਾਂ ਇਹ ਸਾਰੇ ਵਾਕ ਜਿਹੜੇ ਹੈਗੇ ਨੇ ਇਹਨਾਂ ਦੇ ਕੁਝ ਨਿਯਮ ਹੁੰਦੇ ਹਨ। ਜਿਸ ਤਰ੍ਹਾਂ ਸਧਾਰਨ ਵਾਕ ਹੋ ਗਿਆ, ਸੰਯੁਕਤ ਵਾਕ ਹੋ ਗਿਆ, ਮਿਸ਼ਰਤ ਵਾਕ ਹੋ ਗਿਆ। ਇਹਨਾਂ ਦੇ ਵੀ ਕੁਛ ਰੂਲਸ ਹੁੰਦੇ ਨੇ, ਠੀਕ ਹੈ, ਨਿਯਮ ਹੁੰਦੇ ਹਨ। ਉਹਦੇ ਨਿਯਮਾਂ ਦੇ ਵਿੱਚ ਇਹ ਵਾਕ ਬੱਝੇ ਹੁੰਦੇ ਹਨ। ਅਤੇ ਜੋ ਸੈਂਟੈਂਸ ਹੁੰਦੇ ਹਨ ਇਹਨਾਂ ਦੇ ਪਿੱਛੇ ਵੀ ਕੁਝ ਨਿਯਮ ਕੰਮ ਕਰਦੇ ਹਨ, ਠੀਕ ਹੈ। ਵਿਆਕਰਨ ਦੇ ਇਸ ਭਾਗ ਦੇ ਵਿੱਚ ਵਾਕ ਰਚਨਾ ਦੇ ਨਿਯਮਾਂ ਬਾਰੇ ਅਤੇ ਵਾਕਾਂ ਸੰਬੰਧੀ ਵਿਚਾਰ ਕੀਤੀ ਜਾਂਦੀ ਹੈ। ਅੱਗੇ ਵਿਦਿਆਰਥੀਓ ਆਪਾਂ ਗੱਲ ਕਰਨ ਜਾ ਰਹੇ ਹਾਂ ਭਾਸ਼ਾ ਦੀ। ਭਾਸ਼ਾ ਕੀ ਚੀਜ਼ ਹੈ ਜੀ? ਦੇਖੋ, ਜੋ ਮਨੁੱਖ ਹੈ, ਭਾਸ਼ਾ ਜਾਂ ਬੋਲੀ ਕੋਈ ਵੀ ਮਨੁੱਖ ਹੈ, ਦੇਖੋ ਵਿਦਿਆਰਥੀਓ, ਆਪਣੇ ਜੋ ਮਨ ਦੇ ਉਹਦੇ ਵਿਚਾਰ ਨੇ, ਮਨ ਦੇ ਭਾਵ ਨੇ, ਉਹ ਬੋਲ ਕੇ ਉਹ ਵਿਅਕਤ ਕਰਦਾ ਹੈ, ਠੀਕ ਹੈ। ਉਹ ਬੋਲ ਕੇ ਵੀ ਵਿਅਕਤ ਕਰ ਸਕਦਾ, ਉਹ ਲਿਖ ਕੇ ਵੀ ਵਿਅਕਤ ਕਰ ਸਕਦਾ। ਇਸ ਲਈ ਉਹ ਸਹਾਰਾ ਕਿਸ ਦਾ ਲੈਂਦਾ ਹੈ? ਚਾਹੇ ਲਿਖਣਾ ਹੋਵੇ ਚਾਹੇ ਬੋਲਣਾ ਹੋਵੇ, ਉਹਨੂੰ ਜ਼ਰੂਰਤ ਪੈਂਦੀ ਹੈ ਇੱਕ ਭਾਸ਼ਾ ਦੀ, ਇੱਕ ਬੋਲੀ ਦੀ, ਠੀਕ ਹੈ। ਭਾਸ਼ਾ ਜਾਂ ਬੋਲੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰਾਂ ਜਾਂ ਮਨੋਭਾਵਾਂ ਨੂੰ ਦੂਸਰੇ ਮਨੁੱਖਾਂ ਨਾਲ ਸਾਂਝਾ ਕਰਦਾ ਹੈ। ਆਪਣੇ ਮਨ ਦੇ ਵਿੱਚ ਜੋ ਉਹਦੇ ਵਿਚਾਰ ਹੁੰਦੇ ਹਨ ਉਹਨਾਂ ਨੂੰ ਉਹ ਦੂਸਰਿਆਂ ਦੇ ਨਾਲ ਸਾਂਝਾ ਕਰਦਾ ਹੈ। ਦੇਖੋ, ਭਾਸ਼ਾ ਜਿਹੜੀ ਹੁੰਦੀ ਹੈ ਦੋ ਤਰ੍ਹਾਂ ਦੀ ਹੁੰਦੀ ਹੈ। ਪਹਿਲਾਂ ਹੈਗੀ ਆਮ ਬੋਲ ਚਾਲ ਦੀ ਭਾਸ਼ਾ। ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਮੈਂ ਇੱਕ ਭਾਸ਼ਾ ਵਿੱਚ ਗੱਲ ਕਰ ਰਿਹਾ ਹਾਂ, ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰ ਰਿਹਾ ਹਾਂ, ਠੀਕ ਹੈ। ਇਸ ਤਰ੍ਹਾਂ ਬੇਟਾ ਦੂਸਰੀ ਭਾਸ਼ਾ ਹੁੰਦੀ ਹੈ ਸਾਹਿਤਕ ਜਾਂ ਟਕਸਾਲੀ ਭਾਸ਼ਾ। ਦੇਖੋ ਵਿਦਿਆਰਥੀਓ, ਟਕਸਾਲੀ ਭਾਸ਼ਾ, ਸਾਹਿਤਕ ਭਾਸ਼ਾ ਦਾ ਮਤਲਬ ਕੀ ਹੁੰਦਾ ਹੈ? ਉਹ ਵਾਲੀ ਭਾਸ਼ਾ ਜੋ ਅਸੀਂ ਕਿਤਾਬਾਂ ਦੇ ਵਿੱਚ, ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ। ਟਕਸਾਲੀ ਜੋ ਭਾਸ਼ਾ ਦਾ ਮਿਆਰੀ ਰੂਪ ਹੁੰਦਾ, ਸ਼ੁੱਧ ਰੂਪ ਹੁੰਦਾ, ਜਿਨ੍ਹਾਂ ਨੂੰ ਦੇਖੋ ਜਿਸ ਤਰ੍ਹਾਂ ਕੋਈ ਵੀ ਆਪਾਂ ਸਟੇਟ ਦੇ ਵਿੱਚ ਚਲੇ ਜਾਈਏ, ਉਹਦੀ ਇੱਕ ਭਾਸ਼ਾ ਹੈ, ਜਿੱਥੇ ਉਹਦੀ ਇੱਕ ਭਾਸ਼ਾ ਹੈ, ਅੱਗੇ ਉਸ ਭਾਸ਼ਾ ਦੇ ਕੁਛ ਉਪ ਭਾਸ਼ਾਵਾਂ ਵੀ ਨੇ, ਠੀਕ ਹੈ।
ਉਹ ਜਿਹੜਾ ਉਪਭਾਸ਼ਾਵਾਂ ਹੁੰਦੀਆਂ ਨੇ ਇੱਕ ਦੂਜੇ ਤੋਂ ਥੋੜ੍ਹੇ ਅਲੱਗ ਹੁੰਦੀਆਂ ਨੇ ਉਹ। ਪਰ ਜਿਸ ਤਰ੍ਹਾਂ ਮੰਨ ਲਓ ਪੰਜਾਬ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਉਰੇ ਮਲਵਈ ਹੋ ਗਈ, ਪੁਆਧੀ ਹੋ ਗਈ, ਦੁਆਬੀ ਹੋ ਗਈ, ਇਸ ਤਰ੍ਹਾਂ ਮਾਝੀ ਹੋ ਗਈ। ਜਿਹੜੀ ਉਰੇ ਦੀ ਟਕਸਾਲੀ ਭਾਸ਼ਾ ਹੈ ਉਹ ਹੈ ਮਾਝੀ, ਠੀਕ ਹੈ। ਮਾਝੀ ਭਾਸ਼ਾ ਜਿਹੜੀ ਅਸੀਂ ਅਖਬਾਰਾਂ ਵਿੱਚ ਵੀ ਪੜ੍ਹਦੇ ਹਾਂ, ਅਸੀਂ ਕਿਤਾਬਾਂ ਵਿੱਚ ਪੜ੍ਹਦੇ ਹਾਂ, ਉਸ ਨੂੰ ਕਿਹਾ ਜਾਂਦਾ ਹੈ ਸਾਹਿਤਕ ਭਾਸ਼ਾ। ਜਿਸ ਭਾਸ਼ਾ ਨੂੰ ਅਸੀਂ ਆਪਣੀਆਂ ਬੁੱਕਸ ਦੇ ਵਿੱਚ ਪੜ੍ਹਦੇ ਹਾਂ, ਨਿਊਜ਼ਪੇਪਰ ਦੇ ਵਿੱਚ ਪੜ੍ਹਦੇ ਹਾਂ, ਜਾਂ ਫਿਰ ਕਿਤੇ ਵੀ ਕੋਈ ਸਾਹਿਤਕ ਕੋਈ ਚੀਜ਼ ਹੁੰਦੀ ਹੈ ਉਸ ਦੇ ਵਿੱਚ ਪੜ੍ਹਦੇ ਹਾਂ। ਭਾਸ਼ਾ ਦੋ ਤਰ੍ਹਾਂ ਦੀ ਹੋ ਗਈ, ਤੁਹਾਨੂੰ ਕਲੀਅਰ ਹੋ ਚੁੱਕਿਆ ਹੋਣਾ। ਅੱਗੇ ਵਿਦਿਆਰਥੀਓ ਗੱਲ ਕਰਦੇ ਹਾਂ ਆਪਾਂ ਲਿਪੀ ਦੀ। ਲਿਪੀ ਕੀ ਚੀਜ਼ ਹੁੰਦੀ ਹੈ? ਦੇਖੋ ਹੁਣ ਆਪਾਂ ਪਹਿਲਾਂ ਗੱਲ ਕੀਤੀ ਹੈ ਭਾਸ਼ਾ ਚਾਹੀਦੀ, ਇੱਕ ਬੋਲੀ ਚਾਹੀਦੀ ਹੈ। ਹੁਣ ਉਸ ਭਾਸ਼ਾ ਨੂੰ ਲਿਖਣ ਦੇ ਲਈ ਕੁਝ ਅੱਖਰਾਂ ਦੀ ਜ਼ਰੂਰਤ ਸਾਨੂੰ ਹੁੰਦੀ ਹੈ। ਜਿਹੜੇ ਅਸੀਂ ਅੱਖਰ ਵਰਤੋਂ ਵਿੱਚ ਲੈ ਕੇ ਆਉਂਦੇ ਹਾਂ, ਉਸ ਨੂੰ ਹੀ ਕੀ ਕਿਹਾ ਜਾਂਦਾ? ਲਿਪੀ ਕਿਹਾ ਜਾਂਦਾ ਹੈ। ਭਾਸ਼ਾ ਜਾਂ ਬੋਲੀ ਨੂੰ ਲਿਖਤੀ ਰੂਪ ਪ੍ਰਗਟ ਕਰਨ ਲਈ ਜਿਹੜੇ ਅੱਖਰਾਂ ਅਤੇ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਦੇ ਸਮੂਹ ਨੂੰ, ਉਹਨਾਂ ਦੇ ਇਕੱਠ ਨੂੰ, ਉਹਨਾਂ ਦੇ ਗਰੁੱਪ ਨੂੰ ਹੀ ਲਿਪੀ ਕਹਿੰਦੇ ਹਨ। ਕਲੀਅਰ ਤੁਹਾਡੀ ਗੱਲ ਜੀ? ਇਹ ਦੇਖੋ ਲਿਪੀ ਕੀ ਚੀਜ਼ ਹੈ ਬੇਟਾ? ਜਦੋਂ ਅਸੀਂ ਕਿਸੇ ਭਾਸ਼ਾ ਨੂੰ ਲਿਖਤੀ ਰੂਪ ਦਿੰਦੇ ਹਾਂ, ਉਸ ਲਿਖਤੀ ਰੂਪ ਦੇਣ ਦੇ ਲਈ ਜਿਨ੍ਹਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਜੀ? ਲਿਪੀ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਗੱਲ ਕਰਦਾ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਵੀ ਅਸੀਂ ਇੱਕ ਲਿਪੀ ਯੂਜ਼ ਕਰਦੇ ਹਾਂ। ਉਹ ਕਿਹੜੀ ਲਿਪੀ ਹੈ ਜੀ? ਉਸ ਨੂੰ ਅਸੀਂ ਬੋਲਦੇ ਹਾਂ ਗੁਰਮੁਖੀ ਲਿਪੀ। ਇਸੇ ਤਰ੍ਹਾਂ ਵਿਦਿਆਰਥੀਓ ਜੇਕਰ ਅਸੀਂ ਗੱਲ ਕਰੀਏ ਦੇਵਨਾਗਰੀ ਅਸੀਂ ਯੂਜ਼ ਕਰਦੇ ਹਾਂ, ਠੀਕ ਹੈ, ਹਿੰਦੀ ਦੇ ਲਈ। ਇਸੇ ਤਰ੍ਹਾਂ ਅਸੀਂ ਰੋਮਨ ਲਿਪੀ ਯੂਜ਼ ਕਰਦੇ ਹਾਂ ਅੰਗਰੇਜ਼ੀ ਭਾਸ਼ਾ ਨੂੰ ਲਿਖਣ ਦੇ ਲਈ। ਇਹ ਸਾਰੀਆਂ ਕੀ ਨੇ ਜੀ? ਲਿਪੀਆਂ ਨੇ। ਅੱਗੇ ਵਿਦਿਆਰਥੀਓ ਆਪਾਂ ਗੱਲ ਕਰਨ ਜਾ ਰਹੇ ਹਾਂ ਵਰਨਮਾਲਾ। ਵਰਨਮਾਲਾ ਦਾ ਮਤਲਬ ਕੀ ਹੋਇਆ? ਦੇਖੋ ਵਰਨ ਮੀਨਸ ਅੱਖਰ, ਮਾਲਾ ਮੀਨਸ ਤੁਹਾਨੂੰ ਪਤਾ ਜਿਸ ਤਰ੍ਹਾਂ ਹਾਰ ਹੁੰਦਾ ਹੈ, ਇੱਕ ਮਾਲਾ ਹੁੰਦੀ ਹੈ ਮੋਤੀਆਂ ਦੀ। ਮੋਤੀਆਂ ਦੀ ਮਾਲਾ ਵਿੱਚ ਕੀ ਹੁੰਦਾ ਹੈ? ਇੱਕ ਧਾਗਾ ਹੁੰਦਾ ਹੈ, ਉਸ ਧਾਗੇ ਦੇ ਵਿੱਚ ਸਾਰੇ ਮੋਤੀਆਂ ਨੂੰ ਪਰੋਇਆ ਜਾਂਦਾ ਹੈ। ਇਸੇ ਤਰ੍ਹਾਂ ਇਹ ਹੈ ਵਰਨਮਾਲਾ, ਭਾਵ ਕਿ ਅੱਖਰਾਂ ਦੀ ਮਾਲਾ। ਵਰਨ ਜਿਹਦੇ ਵਿੱਚ ਜਦੋਂ ਆਪਾਂ ਪੰਜਾਬੀ ਦੇ 35 ਜਾਂ 41 ਅੱਖਰਾਂ ਨੂੰ ਇੱਕ ਤਰਤੀਬ ਦੇ ਵਿੱਚ ਰੱਖਦੇ ਹਾਂ। ਤਰਤੀਬ ਮੀਨਸ ਕੀ ਹੈ ਬੇਟਾ? ਊੜਾ, ਐੜਾ, ਈੜੀ, ਸੱਸਾ, ਹਾਹਾ, ਇਹ ਤਰਤੀਬ ਹੋ ਗਈ ਇਹ, ਠੀਕ ਹੈ। ਤਾਂ ਉਸ ਸਮੇਂ ਉਹ ਕੀ ਬਣ ਜਾਂਦੀ ਹੈ ਜੀ? ਵਰਨਮਾਲਾ, ਵਰਨਾਂ ਦੀ ਮਾਲਾ ਬਣ ਜਾਂਦੀ ਹੈ। ਗੁਰਮੁਖੀ ਅੱਖਰ ਜਦੋਂ ਨਿਸ਼ਚਿਤ ਤਰਤੀਬ ਵਿੱਚ ਰੱਖੇ ਜਾਂਦੇ ਹਨ, ਨਿਸ਼ਚਿਤ ਤਰਤੀਬ ਤੁਹਾਨੂੰ ਮੈਂ ਦੱਸਤੀ ਕਿ ਊੜੇ ਤੋਂ ਬਾਅਦ ਐੜਾ, ਐੜੇ ਤੋਂ ਬਾਅਦ ਈੜੀ, ਇਸ ਤਰ੍ਹਾਂ ਰੱਖੇ ਜਾਂਦੇ ਹਨ, ਤਾਂ ਉਸ ਨੂੰ ਗੁਰਮੁਖੀ ਵਰਨਮਾਲਾ ਕਿਹਾ ਜਾਂਦਾ ਹੈ। ਗੁਰਮੁਖੀ ਲਿਪੀ ਦੇ ਪਹਿਲਾਂ 35 ਅੱਖਰ ਸਨ। ਇਸੇ ਕਾਰਨ ਵਿਦਿਆਰਥੀਓ ਇਸ ਨੂੰ ਜਿਹੜਾ ਹੈਗਾ 35 ਵੀ ਪਹਿਲਾਂ ਕਿਹਾ ਜਾਂਦਾ ਸੀ। ਇਸੇ ਕਰਕੇ ਇਸ ਨੂੰ 35 ਵੀ ਕਿਹਾ ਜਾਂਦਾ ਸੀ। ਅਰਬੀ ਅਤੇ ਫਾਰਸੀ ਧੁਨੀਆਂ ਨੂੰ ਅੰਕਿਤ ਕਰਨ ਲਈ 5 ਨਵੇਂ ਅੱਖਰ, 5 ਹੋਰ ਨਵੇਂ ਅੱਖਰ ਇਹਦੇ ਵਿੱਚ ਜੋੜੇ ਗਏ। ਉਹ ਕਿਹੜੇ 5 ਅੱਖਰ ਸੀਗੇ ਜੀ? ਸੱਸਾ ਹੋ ਗਿਆ, ਉਹਦੇ ਪੈਰ 'ਚ ਬਿੰਦੀ, ਖੱਖਾ ਉਹਦੇ ਪੈਰ 'ਚ ਬਿੰਦੀ, ਗੱਗਾ ਦੇ ਪੈਰ 'ਚ ਬਿੰਦੀ, ਜੱਜੇ ਦੇ ਪੈਰ 'ਚ ਬਿੰਦੀ, ਫੱਫੇ ਦੇ ਪੈਰ ਦੇ ਵਿੱਚ ਬਿੰਦੀ। ਇਹ ਬਿੰਦੀਆਂ ਇਹ ਲਗਾਈਆਂ ਗਈਆਂ। ਕਿਉਂ ਲਗਾਈਆਂ ਗਈਆਂ? ਤਾਂ ਜੋ ਵਿਦਿਆਰਥੀਓ ਕੁਝ ਧੁਨੀਆਂ ਅਜਿਹੀਆਂ ਸਨ, ਜਿਵੇਂ ਸ਼ ਲਿਖਣਾ ਹੋਵੇ, ਠੀਕ ਹੈ ਨਾ, ਉਸ ਸਮੇਂ ਫਿਰ ਪਤਾ ਨਹੀਂ ਸੀ ਲੱਗਦਾ ਕਿਹੜਾ ਅੱਖਰ ਲਿਖਿਆ ਜਾਊਗਾ, ਤਾਂ ਇਸ ਲਈ ਉਹਨਾਂ ਨੇ ਕੀ ਕੀਤਾ, ਫਿਰ ਉਹਦੇ ਪੈਰ ਦੇ ਵਿੱਚ ਬਿੰਦੀ ਪਾ ਕੇ ਉਹਨੂੰ ਸ਼ ਬਣਾ ਤਾ, ਠੀਕ ਹੈ। ਇਸੇ ਤਰ੍ਹਾਂ ਵਿਦਿਆਰਥੀਓ ਦੇਖੋ ਇਹ 5 ਅੱਖਰ ਜਦੋਂ ਐਡ ਕੀਤੇ ਗਏ ਤਾਂ ਪੰਜਾਬੀ ਭਾਸ਼ਾ ਦੇ ਕਿੰਨੇ ਅੱਖਰ ਬਣ ਗਏ? 40 ਅੱਖਰ ਬਣ ਗਏ। ਪਰ ਬਾਅਦ ਵਿੱਚ ਇੱਕ ਤਬਦੀਲੀ ਹੋਰ ਹੋਈ। ਉਹ ਤਬਦੀਲੀ ਕੀ ਹੋਈ ਕਿ ਪੰਜਾਬੀ ਵਿਭਾਗ ਪਟਿਆਲਾ, ਜਿਹੜਾ ਪੰਜਾਬੀ ਵਿਭਾਗ ਬਣਾ, ਭਾਸ਼ਾ ਵਿਭਾਗ ਹੈ ਪਟਿਆਲਾ ਵੱਲੋਂ, ਫਿਰ ਇੱਕ ਹੋਰ ਧੁਨੀ ਦੀ ਪਛਾਣ ਕੀਤੀ ਗਈ। ਉਹ ਕਿਹੜੀ ਧੁਨੀ ਸੀਗੀ? ਲੱਲੇ ਪੈਰ ਬਿੰਦੀ, ਲੈ, ਲੈ ਬੋਲੇ, ਲੱਲੇ ਪੈਰ ਬਿੰਦੀ ਆਪਾਂ ਲਾ ਦਿੰਦੇ, ਉਹਨੂੰ ਬੋਲਦੇ ਨੇ ਲੈ। ਤਾਂ ਅੱਖਰ ਦੇ ਪੈਰ 'ਚ ਬਿੰਦੀ ਲਗਾ ਦਿੱਤੀ ਗਈ, ਅਤੇ ਜਿਸ ਦੇ ਨਾਲ ਵਿਦਿਆਰਥੀਓ ਜਿਹੜੀਆਂ ਇਹਨਾਂ ਦੀ ਵਰਨਮਾਲਾ ਦੀ ਗਿਣਤੀ ਹੋ ਗਈ, ਉਹ ਕਿੰਨੀ ਹੋ ਗਈ ਜੀ? 41 ਹੋ ਗਈ, 41। ਜਿਸ ਤਰ੍ਹਾਂ ਹੁਣ ਇਸ ਸਮੇਂ ਗੱਲ ਕੀਤੀ ਜਾਵੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਕਿੰਨੇ ਅੱਖਰ ਜਾਂ ਫਿਰ ਵਰਨ ਹਨ, ਉਹ ਹਨ ਜੀ 41, ਇਹਨਾਂ ਧੁਨੀਆਂ ਨੂੰ ਮਿਲਾ ਕੇ, ਠੀਕ ਹੈ ਜੀ। ਅੱਗੇ ਵਿਦਿਆਰਥੀਓ ਦੇਖੋ ਆਪਾਂ ਗੱਲ ਕਰਦੇ ਹਾਂ ਧੁਨੀਆਂ ਦੀਆਂ ਕਿਸਮਾਂ। ਜਿਹੜੇ ਮੂੰਹ ਦੇ ਵਿੱਚੋਂ ਨਿਕਲਣ ਵਾਲੀਆਂ ਸਾਰਥਕ ਆਵਾਜ਼ਾਂ ਨੇ, ਉਹਨਾਂ ਨੂੰ ਕੀ ਕਿਹਾ ਜਾਂਦਾ ਜੀ? ਧੁਨੀਆਂ ਕਿਹਾ ਜਾਂਦਾ ਹੈ। ਅਤੇ ਧੁਨੀਆਂ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ? ਅੱਗੇ 2 ਤਰ੍ਹਾਂ ਦੀਆਂ ਹੁੰਦੀਆਂ ਨੇ। ਕਿਹੜੇ ਤਰ੍ਹਾਂ ਦੀਆਂ ਹੁੰਦੀਆਂ ਨੇ? ਪਹਿਲੀ ਹੁੰਦੇ ਨੇ ਜੀ ਸਵਰ, ਅਤੇ ਦੂਜੀ ਹੁੰਦੀ ਹੈ ਵਿਅੰਜਨ। ਪਹਿਲੀ ਸਵਰ, ਦੂਜੀ ਵਿਅੰਜਨ। ਧੁਨੀਆਂ 2 ਤਰ੍ਹਾਂ ਦੀਆਂ ਹੁੰਦੀਆਂ ਨੇ। ਦੇਖੋ ਵਿਦਿਆਰਥੀਓ ਸਵਰ ਕੀ ਹੁੰਦੇ ਨੇ? ਦੇਖੋ ਸਵਰ ਉਹ ਧੁਨੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਉਚਾਰਨ ਅੰਗ ਕੋਈ ਰੁਕਾਵਟ ਨਹੀਂ ਪਾਉਂਦੇ, ਭਾਵ ਕਿ ਜਦੋਂ ਅਸੀਂ ਇਹਨਾਂ ਨੂੰ ਬੋਲਦੇ ਹਾਂ ਤਾਂ ਜੋ ਆਵਾਜ਼ ਹੈ ਬੇਰੋਕ ਬਿਨਾਂ ਰੁਕੇ ਸਾਡੇ ਮੂੰਹ ਦੇ ਵਿੱਚੋਂ ਬਾਹਰ ਆਉਂਦੀ ਹੈ, ਠੀਕ ਹੈ। ਆਵਾਜ਼ ਮੂੰਹ ਦੇ ਵਿੱਚੋਂ ਬੇਰੋਕ ਬਾਹਰ ਨਿਕਲਦੀ ਹੈ। ਅਤੇ ਪੰਜਾਬੀ ਦੇ ਵਿੱਚ ਵਿਦਿਆਰਥੀਓ ਜੇ ਆਪਾਂ ਗੱਲ ਕਰੀਏ ਤਾਂ 3 ਸਵਰ ਵਾਹਕ ਹਨ। ਸਵਰ ਵਾਹਕ ਕਿੰਨੇ ਹਨ ਜੀ? 3। ਉਹ ਕਿਹੜੇ ਨੇ? ਦੇਖੋ ਜੀ ਊੜਾ, ਐੜਾ ਅਤੇ ਈੜੀ, ਇਹ ਕਿਨੇ 3 ਸਵਰ ਅੱਖਰ ਨੇ, ਜਾਂ ਫਿਰ ਆਪਾਂ ਇਹਨੂੰ ਬੋਲਦੇ ਹਾਂ ਸਵਰ ਵਾਹਕ।
ਇਹ ਤਿੰਨੇ ਸਵਰਗ ਵਾਹਕ ਨੇ, ਠੀਕ ਹੈ ਜੀ। ਪਰ ਉਚਾਰਨ ਪੱਖੋਂ ਸਵਰ ਧੁਨੀਆਂ ਜਿਹੜੀਆਂ ਹੈਗੀਆਂ ਨੇ ਵਿਦਿਆਰਥੀਓ ਉਹ 10 ਹੋ ਜਾਂਦੀਆਂ ਹਨ। ਉਹ 10 ਕਿਵੇਂ ਹੋ ਜਾਂਦੀਆਂ ਨੇ ਆਪਾਂ ਦੇਖਦੇ ਹਾਂ। ਦੇਖੋ ਅੱਗੇ ਸਭ ਤੋਂ ਪਹਿਲਾਂ ਹੁੰਦੀ ਹੈ ਅ ਮੁਕਤਾ, ਐੜਾ ਮੁਕਤਾ, ਠੀਕ ਹੈ। ਫਿਰ ਆ, ਈ, ਊ, ਏ, ਐ, ਓ। ਥੋੜ੍ਹੀ ਹ ਦੀ ਆਵਾਜ਼ ਆਉਂਦੀ ਹੈ ਉਹਦੇ ਵਿੱਚ, ਠੀਕ ਹੈ ਜੀ। ਪਹਿਲਾਂ ਆਪਾਂ ਐੜਾ ਮੁਕਤਾ ਸੀਗਾ, ਐੜੇ ਨੂੰ ਕੰਨਾ ਲਗਾਇਆ, ਫਿਰ ਈੜੀ ਨੂੰ ਸਿਹਾਰੀ, ਈੜੀ ਨੂੰ ਬਿਹਾਰੀ, ਊੜੇ ਨੂੰ ਔਂਕੜ, ਊੜੇ ਨੂੰ ਦੁਲੈਂਕੜ, ਈੜੀ ਨੂੰ ਲਾਵਾਂ, ਐੜੇ ਨੂੰ ਲਾਵਾਂ, ਊੜੇ ਦਾ ਮੂੰਹ ਖੁੱਲ੍ਹਾ ਓ, ਠੀਕ ਹੈ। ਫਿਰ ਐੜੇ ਨੂੰ ਘਨੌੜਾ। ਜਦੋਂ ਅਸੀਂ ਘਨੌੜੇ ਦੀ ਆਵਾਜ਼ ਲਗਾ ਦਿੰਦੇ ਹਾਂ ਵਿਦਿਆਰਥੀਓ, ਥੋੜ੍ਹੀ ਜਿਹੀ ਹਲਕੀ ਜਿਹੀ ਬਿਲਕੁਲ ਹ ਦੀ ਆਵਾਜ਼ ਸਾਨੂੰ ਲਗਾਉਣੀ ਜੋੜਨੀ ਪੈਂਦੀ ਹੈ ਇਹਦੇ ਨਾਲ। ਅੱਗੇ ਵਿਦਿਆਰਥੀਓ ਆਪਾਂ ਦੇਖੋ ਗੱਲ ਕਰ ਰਹੇ ਸੀ ਧੁਨੀਆਂ ਦੀਆਂ। ਪਹਿਲੀ ਧੁਨੀਆਂ ਹੋ ਚੁੱਕੀਆਂ ਨੇ ਸਵਰ ਧੁਨੀਆਂ, ਅਤੇ ਦੂਜੇ ਅਸੀਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਉਹਨੂੰ ਅਸੀਂ ਬੋਲਦੇ ਹਨ ਵਿਅੰਜਨ ਧੁਨੀਆਂ। ਵਿਅੰਜਨ ਧੁਨੀਆਂ ਵਿਦਿਆਰਥੀਓ ਕੀ ਹੁੰਦੀਆਂ ਹਨ? ਦੇਖੋ ਜਦੋਂ ਸਾਡੇ ਮੂੰਹ ਦੇ ਵਿੱਚੋਂ ਧੁਨੀਆਂ ਆਵਾਜ਼ਾਂ ਨਿਕਲਦੀਆਂ ਹਨ ਤਾਂ ਥੋੜ੍ਹੀ ਜਿਹੀ ਬਾਹਰ ਆਉਣ ਸਮੇਂ ਉਹਨਾਂ ਨੂੰ ਰੁਕਾਵਟ ਦਾ ਸਾਹਮਣਾ ਕਰਨਾ ਪੈਂਦਾ ਹੈ। ਰੁਕਾਵਟ ਦਾ ਸਾਹਮਣਾ ਉਹਨੂੰ ਕਰਨਾ ਪੈਂਦਾ ਹੈ, ਇਸ ਕਰਕੇ ਉਹਨਾਂ ਨੂੰ ਬੋਲਿਆ ਜਾਂਦਾ ਹੈ ਵਿਅੰਜਨ ਧੁਨੀਆਂ। ਉਹ ਵਿਅੰਜਨ ਧੁਨੀਆਂ ਦੇਖੋ ਕੀ ਹੁੰਦੀਆਂ ਨੇ। ਵਿਅੰਜਨ ਉਹ ਧੁਨੀਆਂ ਹਨ ਜਿਨ੍ਹਾਂ ਨੂੰ ਬੋਲਣ ਸਮੇਂ ਉਚਾਰਨ ਅੰਗ ਥੋੜ੍ਹੀ ਬਹੁਤ ਰੁਕਾਵਟ ਪਾਉਂਦੇ ਹਨ। ਜੋ ਸਾਡੇ ਉਚਾਰਨ ਦੇ ਵਿਦਿਆਰਥੀਓ ਬਹੁਤ ਸਾਰੇ ਅੰਗ ਨੇ। ਜੇਕਰ ਆਪਾਂ ਇਹਨਾਂ ਅੰਗਾਂ ਦੀ ਗੱਲ ਕਰੀਏ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ। ਸਾਡੇ ਫੇਫੜਿਆਂ ਤੋਂ ਆਵਾਜ਼ ਨਿਕਲਣੀ ਸ਼ੁਰੂ ਹੁੰਦੀ ਹੈ, ਸਾਡੇ ਬੁੱਲ੍ਹਾਂ ਤੱਕ, ਸਾਡੇ ਜਿਹੜਾ ਗਲਾ ਜਿਹਨੂੰ ਸੰਘ ਬੋਲਦੇ ਹਨ ਉੱਥੋਂ ਦੀ ਹੋ ਕੇ ਨਿਕਲਦੀ ਹੈ, ਠੀਕ ਹੈ। ਉਹਦੇ ਵਿੱਚ ਹਰ ਇੱਕ ਚੀਜ਼ ਦਾ ਇੱਕ ਆਪਣਾ ਆਪਣਾ ਰੋਲ ਹੈ। ਜੀਭ ਦਾ ਵੀ ਰੋਲ ਹੈ ਉਹਦੇ ਵਿੱਚ, ਅੱਗੇ ਬੁੱਲ੍ਹਾਂ ਦਾ ਵੀ ਰੋਲ ਹੈ। ਤਾਂ ਜਦੋਂ ਦੇਖੋ ਜਿਹੜੀ ਉਚਾਰਨ ਅੰਗ ਵਿੱਚ ਥੋੜ੍ਹੀ ਬਹੁਤ ਰੁਕਾਵਟ ਪੈਦਾ ਹੁੰਦੀ ਹੈ ਜਦੋਂ ਇਹਨਾਂ ਅੱਖਰਾਂ ਨੂੰ ਬੋਲਣ ਸਮੇਂ, ਉਹਨਾਂ ਨੂੰ ਅਸੀਂ ਵਿਅੰਜਨ ਕਹਿੰਦੇ ਹਾਂ। ਇਹਨਾਂ ਨੂੰ ਬੋਲਣ ਸਮੇਂ ਜੀਭ ਜੋ ਹੈਗੇ ਸਾਡੀ ਕਦੇ ਤਾਲੂ ਦੇ ਨਾਲ ਲੱਗਦੀ ਹੈ, ਤਾਲੂ ਉੱਪਰਲੇ ਪਾਸੇ, ਅਤੇ ਕਦੇ ਦੰਦਾਂ ਦੇ ਨਾਲ, ਠੀਕ ਹੈ, ਅੰਦਰਲੇ ਪਾਸੇ ਛੁੰਦੀ ਹੈ। ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਟੈਂਕਾ, ਪੱਪਾ। ਜਦੋਂ ਪੱਪਾ ਬੋਲਦੇ ਹਾਂ ਦੇਖੋ ਮੂੰਹ ਜਿਹੜੇ ਆਪਣੇ ਬੁੱਲ੍ਹ ਨੇ ਇਹ ਜੁੜ ਜਾਂਦੇ ਹਨ ਆਪਸ ਦੇ ਵਿੱਚ। ਚਲੋ ਅੱਗੇ ਦੇਖੋ ਬੇਟਾ, ਕਦੇ ਦੰਦਾਂ ਦੇ ਅੰਦਰਲੇ ਪਾਸੇ ਛੂਹ ਜਾਂਦੀ ਹੈ, ਅਤੇ ਕਈ ਵਾਰੀ ਬੁੱਲ੍ਹ ਥੋੜ੍ਹੀ ਦੇਰ ਲਈ ਮਿੱਟੇ ਜਾਂਦੇ ਹਨ। ਮੈਂ ਤੁਹਾਨੂੰ ਦੱਸਿਆ ਬੁੱਲ੍ਹ ਜਿਵੇਂ ਫੱਫਾ, ਬੱਬਾ, ਦੇਖੋ ਬੋਲ ਕੇ ਦੇਖਦੇ ਹਾਂ ਆਪਾਂ ਤਾਂ ਜਿਹੜੇ ਬੁੱਲ੍ਹ ਨੇ ਉਹ ਕੁਛ ਟਾਈਮ ਲਈ ਬੰਦ ਹੋ ਜਾਂਦੇ, ਰੁਕ ਜਾਂਦੇ ਹਨ। ਪੰਜਾਬੀ ਵਰਨਮਾਲਾ ਵਿੱਚ ਸੱਸੇ ਤੋਂ ਲੱਲੇ ਪੈਰ ਬਿੰਦੀ ਤੱਕ 38 ਵਿਅੰਜਨ ਅੱਖਰ ਹਨ। ਕਿੰਨੇ ਵਿਅੰਜਨ ਅੱਖਰ ਹਨ ਵਿਦਿਆਰਥੀਓ? 38। ਸੋ ਦੇਖੋ ਅੱਜ ਜਿਹੜੀ ਆਪਣੀ ਵੀਡੀਓ ਹੈ ਜ਼ਿਆਦਾ ਲੰਬੀ ਵੀ ਨਾ ਹੋ ਜਾਵੇ। ਅਸੀਂ ਅੱਜ ਪੜ੍ਹਿਆ ਹੈ, ਦੇਖੋ ਪਹਿਲਾਂ ਪੜ੍ਹਿਆ ਅਸੀਂ ਨੇ ਜੀ ਭਾਸ਼ਾ ਦੇ ਬਾਰੇ, ਠੀਕ ਹੈ ਨਾ। ਭਾਸ਼ਾ ਕੀ ਚੀਜ਼ ਹੈ? ਫਿਰ ਜਿਹੜੇ ਭਾਸ਼ਾ ਦੇ ਰੂਪ ਹਨ 4, ਅਰਥ, ਧੁਨੀ ਬੋਧ, ਸ਼ਬਦ ਬੋਧ, ਅਰਥ ਬੋਧ ਅਤੇ ਵਾਕ ਬੋਧ। ਅਸੀਂ ਉਹਨਾਂ ਦੀ ਜੋ ਡੈਫੀਨੇਸ਼ਨਸ ਨੇ, ਪਰਿਭਾਸ਼ਾ ਨੇ, ਉਹਨਾਂ ਨੂੰ ਪੜ੍ਹਿਆ। ਅਤੇ ਫਿਰ ਅੱਗੇ ਅਸੀਂ ਪੜ੍ਹਿਆ ਸਵਰ ਕੀ ਹੁੰਦੇ ਨੇ, ਠੀਕ ਹੈ, ਵਿਅੰਜਨ ਕੀ ਹੁੰਦੇ ਹਨ, ਲਿਪੀ ਕੀ ਹੁੰਦੀ ਹੈ, ਭਾਸ਼ਾ ਕੀ ਹੁੰਦੀ ਹੈ। ਤੁਸੀਂ ਵਿਦਿਆਰਥੀਓ ਇਹ ਸਾਰੇ ਚੀਜ਼ਾਂ ਨੂੰ ਧਿਆਨ ਨਾਲ ਸਮਝੋ, ਸਮਝ ਕੇ ਆਪਣੀ ਚਾਹੇ ਰਫ ਕਾਪੀ ਉੱਤੇ, ਕੱਚੀ ਕਾਪੀ ਉੱਤੇ ਹੀ, ਠੀਕ ਹੈ। ਅਤੇ ਕਿਉਂਕਿ ਮੇਰਾ ਮਕਸਦ ਸਿਰਫ ਇਹੀ ਹੈ ਕਿ ਜਦੋਂ ਹੁਣ ਆਪਾਂ ਘਰ ਬੈਠੇ ਹਾਂ, ਆਪਾਂ ਜਿਹੜੀ ਚੀਜ਼ ਨੂੰ ਆਪਾਂ ਪੜ੍ਹਨਾ ਹੈ, ਜੋ ਸਾਡੇ ਸਬਜੈਕਟ ਦੇ ਵਿੱਚ ਹੈ, ਅਸੀਂ ਉਹਦੀ ਗਹਿਰਾਈ ਤੱਕ ਜਾਈਏ। ਕਈ ਵਾਰ ਕਲਾਸ ਦੇ ਵਿੱਚ ਇੰਨਾ ਸਮਾਂ ਨਹੀਂ ਹੁੰਦਾ, ਪਰ ਹੁਣ ਮੇਰੀ ਇੱਛਾ ਹੈ ਕਿ ਤੁਹਾਨੂੰ ਭਾਸ਼ਾ ਦਾ ਸਹੀ ਪੂਰਾ ਗਿਆਨ ਦਿੱਤਾ ਜਾਵੇ। ਇਸ ਲਈ ਹੀ ਮੈਂ ਸ਼ੁਰੂ ਤੋਂ ਇਹ ਕੰਸੈਪਟ ਸ਼ੁਰੂ ਕੀਤੇ ਨੇ। ਅਤੇ ਅੱਗੇ ਅਸੀਂ ਸਾਰੇ ਜੋ ਹੈਗੇ ਨਾਮ, ਪੜਨਾਂਵ, ਵਿਸ਼ੇਸ਼ਣ, ਉਹ ਸਾਰਾ ਕੁਛ ਅਸੀਂ ਅੱਗੇ ਹੌਲੀ ਹੌਲੀ ਕਰੀ ਜਾਵਾਂਗੇ। ਤਾਂ ਤੁਸੀਂ ਜਿਹੜਾ ਹੈਗਾ ਵੀਡੀਓ ਜ਼ਰੂਰ ਦੇਖਿਆ ਕਰੋ। ਘਰ ਪੜ੍ਹਾਈ ਦੇ ਨਾਲ ਜੁੜ ਕੇ ਰਹੋ, ਪੜ੍ਹਾਈ ਦੇ ਨਾਲ ਆਪਣਾ ਇੰਟਰਸਟ ਬਣਾ ਕੇ ਰੱਖੋ, ਠੀਕ ਹੈ। ਅਤੇ ਜੋ ਚੀਜ਼ ਨੋਟ ਕਰਨ ਵਾਲੀ ਹੁੰਦੀ ਹੈ ਉਸ ਨੂੰ ਨੋਟ ਵੀ ਕਰਿਆ ਕਰੋ। ਧੰਨਵਾਦ।